पर जो माल गड्डियां नहीं चलाते उन्ना चਿਰ ਅਸੀਂ कोई भी ट्रेन नहीं ਛੱਡਾਂ मतलब कहने का भाव पैसेंजर ट्रेन ਨੂੰ ਅਸੀਂ नहीं आउण देवांगे। ये साडा फैसला बिल्कुल ही साडियां फुੱਲ ਤਿਆਰੀਆਂ ने। ट्रैक्टर ट्रैलियां ते एक ट्रैक्टर मगर दो ट्रालियां होणगीਆਂ, एक बंदिਆਂ वाली एक समान वाली। सारा ਉਹਦੇ ਚ राशन होਊ, सिलेंडर होਊਗਾ, खाण पीण ਦਾ समान होਊ, कपड़े होणगे। जिथे भी सानू रोकिया ये दिल्ली नूं जाण दी खतर असीं दिल्ली जाना, जिथे भी सानू रोकिया उत्थे समझ ला भी ओह सब कुछ जाम होऊगा, छाउणियां बनणगीਆਂ उत्थे। ਅਸੀਂ ਉਹ ਆਪਣਾ ਜਿਹੜਾ ਸੱਦਾ ਕਾਲ ਹੈਗੀ ਦਿੱਲੀ ਘੇਰਨ ਵਾਲੀ ਉਹ ਅਸੀਂ ਵਾਪਸ ਨਹੀਂ ਲਵਾਂਗੇ, ਨਾ ਅਸੀਂ ਵਾਪਸ ਲੈਣੀ ਹੈ। ਹਾਂ ਜੇ ਸਾਨੂੰ ਦਿੱਲੀ ਜਾਣ ਨਹੀਂ ਦਿੰਦੇ ਮਤਲਬ ਰਸਤੇ ਸਾਨੂੰ ਬੈਰੀਕੇਡਾਂ ਤੇ ਰੋਕ ਲੈਂਦੇ ਆ, ਦਿੱਲੀ ਤਾਂ ਫਿਰ ਵੀ ਘਿਰ ਜਾਊਗੀ ਜਦੋਂ ਸਾਰੇ ਸੂਬੇ ਨਾਲ ਕਨੈਕਸ਼ਨ ਕੱਟਿਆ ਗਿਆ ਉਹਦਾ। ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਜਾ ਰਹੇ ਹਾਂ। ਸਾਡੀ ਜਥੇਬੰਦੀ ਨੇ ਪੂਰਾ ਮਤਲਬ ਠੋਕ ਕੇ ਪ੍ਰੋਗਰਾਮ ਬਣਾਇਆ ਹੈ ਕਿ ਸਾਡਾ ਘੱਟੋ ਘੱਟ 6 ਮਹੀਨੇ ਦਾ ਰਾਸ਼ਨ ਹੋਏਗਾ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ 26-27 ਦਾ ਐਕਸ਼ਨ ਪਲਾਨ ਕੀ ਹੈ, ਕਿਸਾਨ ਤਿਆਰੀ ਦੇ ਵਿੱਚ ਨੇ ਤੇ ਖਾਸ ਕਰਕੇ ਅੱਜ ਮੰਤਰੀਆਂ ਨਾਲ ਵੀ ਬੈਠਕ ਹੁੰਦੀ ਹੈ ਕਿਸਾਨਾਂ ਦੀ। ਸੋ ਉਸ ਬੈਠਕ ਦੇ ਵਿੱਚੋਂ ਕੀ ਨਿਕਲਿਆ? ਮੰਤਰੀਆਂ ਨਾਲ ਬੈਠਕ ਹੋਈ ਹੈ, ਟ੍ਰੇਨਾਂ ਬਾਰੇ ਚਲਾਉਣ ਬਾਰੇ ਗੱਲਬਾਤ ਹੁੰਦੀ ਹੈ। ਮੰਤਰੀ ਕਹਿੰਦੇ ਨੇ ਕਿ ਕਿਸਾਨ ਤਾਂ ਸਹਿਮਤ ਨੇ ਸਾਰੀਆਂ ਟ੍ਰੇਨਾਂ ਚਲਾਉਣ ਨੂੰ, ਪਰ ਅੜੀਅਲ ਸੁਭਾਅ ਕੇਂਦਰ ਸਰਕਾਰ ਦਾ ਹਜੇ ਵੀ ਟ੍ਰੇਨਾਂ ਨਹੀਂ ਚੱਲਦੀਆਂ। ਕਿਵੇਂ ਦੇਖਦੇ ਹੋ? ਮੰਤਰੀਆਂ ਨੇ ਜੀ ਅਪੀਲ ਕੀਤੀ ਸੀ, ਪਰ ਅਸੀਂ ਮੀਟਿੰਗ ਦੇ ਵਿੱਚ ਇਹੀ ਫੈਸਲਾ ਕੀਤਾ ਵੀ ਜੇ ਉਹ ਪਹਿਲਾਂ ਕੱਲੀਆਂ ਮਾਲ ਗੱਡੀਆਂ ਚਲਾ ਦੇਣ ਜਿਹੜੇ ਸਾਡੇ ਟਰੈਕ ਖਾਲੀ ਕੀਤੇ ਹੋਏ ਆ, ਮਾਹੌਲ ਬਣ ਜਾਊਗਾ ਇੱਕ ਸਦਭਾਵਨਾ ਵਾਲਾ, ਲੋਕਾਂ ਦੇ ਜਿਹੜੇ ਹਿਰਦਿਆਂ ਤੇ ਠੰਡਾ ਵੀ ਛਿੜਕਿਆ ਜਾਊਗਾ। ਉਦੋਂ ਬਾਅਦ ਜੇ ਉਹ ਸਾਡੀਆਂ ਟਰੇਲਾਂ ਚਲਾ ਦੇਣਗੀਆਂ ਮਾਲ ਗੱਡੀਆਂ, ਫਿਰ ਅਸੀਂ ਪੈਸੇਂਜਰ ਗੱਡੀ ਬਾਰੇ ਵੀ ਸੋਚ ਲਾਂਗੇ। ਪਰ ਜੋ ਮਾਲ ਗੱਡੀਆਂ ਨਹੀਂ ਚਲਾਉਂਦੇ ਉਹਨਾਂ ਚਿਰ ਅਸੀਂ ਕੋਈ ਵੀ ਟ੍ਰੇਨ ਨਹੀਂ ਛੱਡਾਂ मतलब कहने का भाव पैसेंजर ट्रेन ਨੂੰ ਅਸੀਂ नहीं आउण देवांगे। ये साडा फैसला ਚੱਲਣ ਦਵਾਂਗੇ। ਲੇਕਿਨ ਜੇਕਰ ਹੁਣ ਅਗਲੇ ਪੜਾਅ ਦੀ ਗੱਲ ਕਰ ਲਈਏ, ਅਗਲੀ ਲੜਾਈ ਜਿਹੜੀ ਕਿ ਵੱਡੀ ਹੈ 26-27 ਦੀ ਖਾਸ ਕਰਕੇ, ਸੋ ਕਿਸ ਤਰੀਕੇ ਦੀਆਂ ਤਿਆਰੀਆਂ ਨੇ, ਕੀ ਐਕਸ਼ਨ ਪਲਾਨ ਨੇ? ਬਿਲਕੁਲ ਹੀ ਸਾਡੀਆਂ ਫੁੱਲ ਤਿਆਰੀਆਂ ਨੇ। ਟਰੈਕਟਰ ਟਰਾਲੀਆਂ ਤੇ ਇੱਕ ਟਰੈਕਟਰ ਮਗਰ ਦੋ ਟਰਾਲੀਆਂ ਹੋਣਗੀਆਂ, ਇੱਕ ਬੰਦਿਆਂ ਵਾਲੀ ਇੱਕ ਸਮਾਨ ਵਾਲੀ। ਸਾਰਾ ਉਹਦੇ ਚ ਰਾਸ਼ਨ ਹੋਊ, ਸਿਲੰਡਰ ਹੋਊਗਾ, ਖਾਣ ਪੀਣ ਦਾ ਸਮਾਨ ਹੋਊ, ਕੱਪੜੇ ਹੋਣਗੇ। ਜਿੱਥੇ ਵੀ ਸਾਨੂੰ ਰੋਕਿਆ ਇਹ ਦਿੱਲੀ ਨੂੰ ਜਾਣ ਦੀ ਖਤਰ ਅਸੀਂ ਦਿੱਲੀ ਜਾਣਾ, ਜਿੱਥੇ ਵੀ ਸਾਨੂੰ ਰੋਕਿਆ ਉੱਥੇ ਸਮਝ ਲਾ ਵੀ ਉਹ ਸਭ ਕੁਝ ਜਾਮ ਹੋਊਗਾ, ਛਾਉਣੀਆਂ ਬਣਨਗੀਆਂ ਉੱਥੇ। ਉਹ ਪੱਕੇ 2 ਦਿਨ ਦੀ ਹੈ ਜਾਂ ਉਦੋਂ ਵੱਡੇ ਸੰਘਰਸ਼ ਦੀ ਹੈ? ਨਾ ਜੀ ਕੋਈ 2 ਦਿਨ ਤੇ ਨਹੀਂ, ਸਾਡਾ ਇੱਕ ਵਾਰੀ ਹਫ਼ਤੇ ਦਾ ਤਾਂ ਸਾਡਾ ਹੈਗਾ ਯਾਰ। ਉਦੋਂ ਬਾਅਦ ਜੇ ਉਹਨਾਂ ਦਾ ਨਾ ਰਵੱਈਏ 'ਚ ਫਰਕ ਪਿਆ ਫਿਰ ਇਹਨੂੰ ਅਸੀਂ ਲੰਬਾ ਵੀ ਕਰਾਂਗੇ। ਕੋਈ 2 ਦਿਨ ਦਾ ਨਹੀਂ, ਇੱਕ ਵਾਰੀ ਹਫ਼ਤੇ ਦਾ ਹੈਗਾ। ਉਦੋਂ ਬਾਅਦ ਜੇ ਉਹਨਾਂ ਦਾ ਕੋਈ ਰਵੱਈਏ 'ਚ ਨਾ ਫਰਕ ਪਿਆ ਫਿਰ ਉਹਨੂੰ ਅਸੀਂ ਵਧਾਵਾਂਗੇ ਵੀ ਸਮੇਂ ਨੂੰ। ਇਹ ਕਾਲ ਬੜੇ ਚਿਰ ਦੀ ਹੈ, ਲੰਮੇ ਸਮੇਂ ਤੋਂ ਕਾਲ ਦਿੱਤੀ ਗਈ ਸੀ ਕਿ ਦਿੱਲੀ ਘੇਰਿਆ ਜਾਊਗਾ, ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਨਜ਼ਰ ਆਉਂਦੀ। ਤੁਹਾਨੂੰ ਕੀ ਲੱਗਦਾ ਹੈ ਵੀ ਇਸ ਸੰਘਰਸ਼ ਤੋਂ ਬਾਅਦ ਗੋਡੇ ਟੇਕ ਦੂਗੀ? ਨਾ ਵੇਖੋ ਜੀ, ਅਸੀਂ ਦਿੱਲੀ ਘੇਰਨ ਦਾ ਐਲਾਨ ਕੀਤਾ, ਉਹ ਅਸੀਂ ਕੁਝ ਵੀ ਹੋ ਜੇ, ਸਖਤੀ ਹੋ ਜੇ, ਸਾਡੇ ਤੇ ਲਾਠੀ ਚਾਰਜ ਹੋ ਜੇ, ਅਸੀਂ ਉਹ ਆਪਣਾ ਜਿਹੜਾ ਸੱਦਾ ਕਾਲ ਹੈਗੀ ਦਿੱਲੀ ਘੇਰਨ ਵਾਲੀ ਉਹ ਅਸੀਂ ਵਾਪਸ ਨਹੀਂ ਲਵਾਂਗੇ, ਨਾ ਅਸੀਂ ਵਾਪਸ ਲੈਣੀ ਹੈ। ਹਾਂ ਜੇ ਸਾਨੂੰ ਦਿੱਲੀ ਜਾਣ ਨਹੀਂ ਦਿੰਦੇ ਮਤਲਬ ਰਸਤੇ ਸਾਨੂੰ ਬੈਰੀਕੇਡਾਂ ਤੇ ਰੋਕ ਲੈਂਦੇ ਆ, ਦਿੱਲੀ ਤਾਂ ਫਿਰ ਵੀ ਘਿਰ ਜਾਊਗੀ ਜਦੋਂ ਸਾਰੇ ਸੂਬੇ ਨਾਲ ਕਨੈਕਸ਼ਨ ਕੱਟਿਆ ਗਿਆ ਉਹਦਾ। ਸਾਰੇ ਸੂਬਿਆਂ ਨਾਲੋਂ ਜਦੋਂ ਰੋਡ ਜਾਮ ਹੋ ਗਏ, ਰਸਤੇ ਜਾਮ ਹੋ ਗਏ, ਕਨੈਕਸ਼ਨ ਕੱਟਿਆ ਗਿਆ, ਦਿੱਲੀ ਘਿਰ ਗਈ ਫਿਰ ਤਾਂ। ਸੋ ਦਿੱਲੀ ਨੂੰ ਲੈ ਕੇ ਬੜੀ ਹੁਣ ਜਿਹੜਾ ਕਿ ਮੋਰਚਾ ਅੱਗੇ ਵੱਡਾ ਖੋਲ੍ਹਣਾ ਪੈਣਾ ਆ। ਉਧਰੋਂ 144 ਧਾਰਾ ਲਾਗੂ ਕਰ ਦਿੱਤੀ ਗਈ ਹੈ, ਅਜਿਹੀਆਂ ਹੋਰ ਸਖਤਾਈਆਂ ਬਹੁਤ ਹੋਣਗੀਆਂ। ਕਿਵੇਂ ਨਜਿੱਠਿਆ ਜਾਊਗਾ? ਦੇਖੋ ਗੱਲ ਇਹ ਹੁੰਦੀ ਹੈ ਕਿ ਸਰਕਾਰਾਂ ਕਦੇ ਵੀ ਅੰਦੋਲਨ ਹੋਣ ਨਹੀਂ ਦਿੰਦੀਆਂ। ਇਹੋ ਜਿਹੇ ਕਾਨੂੰਨ, ਇਹ ਜੀਆਂ ਧਾਰਾਵਾਂ ਲਾਗੂ ਤਕਰੀਬਨ ਅਕਸਰ ਹੁੰਦੀਆਂ ਰਹਿੰਦੀਆਂ, ਲੇਕਿਨ ਅਸੀਂ ਅੰਦੋਲਨ ਲੜ ਰਹੇ ਹਾਂ। ਕੀ ਕਰੇਗੀ ਸਰਕਾਰ? ਜ਼ਿਆਦਾ ਤੋਂ ਜ਼ਿਆਦਾ ਸਾਨੂੰ ਜੇਲ੍ਹਾਂ 'ਚ ਬੰਦ ਕਰੂਗੀ ਨਾ, ਤੇ ਅਸੀਂ ਤਿਆਰ ਬੈਠੇ ਹਾਂ ਕਰਨ ਦੇ। ਸਰਕਾਰ ਨੇ ਜੋ ਕਾਰਵਾਈ ਕਰਨੀ, ਜੋ ਧਾਰਾ ਅਸੀਂ ਦਿੱਲੀ ਜਾਣ ਦੀ ਤਿਆਰੀ ਹੈ ਔਰ ਦਿੱਲੀ ਨੂੰ ਜਾਵਾਂਗੇ। ਦਿੱਲੀ ਜਾਣ ਦੀ ਤਿਆਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਟਰਾਲੀਆਂ 2 ਹੋਣਗੀਆਂ। ਕਿੰਨੇ ਦਿਨਾਂ ਦਾ ਪਲਾਨ ਆ ਦਿੱਲੀ ਦਾ? ਅਗਰ ਮੈਂ ਤੁਹਾਨੂੰ ਇਹਦੇ ਬਾਰੇ ਦੱਸਾਂ, ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਜਾ ਰਹੇ ਹਾਂ। ਸਾਡੀ ਜਥੇਬੰਦੀ ਨੇ ਪੂਰਾ ਮਤਲਬ ਠੋਕ ਕੇ ਪ੍ਰੋਗਰਾਮ ਬਣਾਇਆ ਹੈ ਕਿ ਸਾਡਾ ਘੱਟੋ ਘੱਟ 6 ਮਹੀਨੇ ਦਾ ਰਾਸ਼ਨ ਹੋਏਗਾ। ਸਾਡਾ ਇਤਿਹਾਸ ਰਿਹਾ, ਤੁਸੀਂ ਪਿੱਛੇ ਦੇਖਿਆ ਹੈ, ਚੀਮਾ ਮੰਡੀ ਦੇ ਵਿੱਚ ਅਸੀਂ ਪੂਰਾ 1 ਮਹੀਨਾ ਸਵਾ ਮਹੀਨਾ ਬੈਠ ਕੇ ਫਿਰ ਦਿੱਲੀ ਗਏ, ਦਿੱਲੀ ਦੇ ਵਿੱਚ 10 ਦਿਨ ਬੈਠੇ ਹਾਂ। ਔਰ ਸਾਡਾ ਅਸੀਂ ਪਿੱਛੇ ਨਹੀਂ ਹਟਾਂਗੇ, ਚਾਹੇ ਕੁਝ ਵੀ ਹੋਵੇ। ਜਿੰਨਾ ਚਿਰ ਸਰਕਾਰ ਸਾਡੀ ਮੰਗ ਮੰਨਦੀ ਨਹੀਂ, ਅਸੀਂ ਪਿੱਛੇ ਹਟਣ ਦੀ ਕੋਈ ਸੋਚਦੇ ਨਹੀਂ।
ਔਰ ਇਹ ਸਰਕਾਰ ਦੀ ਮਰਜ਼ੀ ਹੈ ਕਿੰਨਾ ਚਿਰ ਅੰਦੋਲਨ ਚਲਾਉਣਾ, ਇਹ ਸਰਕਾਰ ਦੀ ਮਰਜ਼ੀ ਹੈ। ਪੰਜਾਬ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ, ਕਿਉਂਕਿ ਜੁਗਰਾਹਾਂ ਜਥੇਬੰਦੀ ਆਈ ਸੀ, ਉਹਦੀ ਅਪੀਲ ਸੀ ਕਿ ਜਿਹੜੇ 3 ਧਿਰ ਨੇ ਪੰਜਾਬ ਦੇ ਵਿੱਚ, ਤੁਹਾਡੀ ਧਿਰ ਹੋਗੀ 30 ਜਥੇਬੰਦੀਆਂ ਵਾਲੀ, ਉਹਨਾਂ ਦੀ ਆਪਣੀ ਧਿਰ ਹੋਗੀ ਤੇ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹ ਇਕੱਠੀ ਹੋ ਕੇ ਮੂਵਮੈਂਟ ਚਲਾਵੇ। ਦੇਖੋ ਇੱਕ ਜਦੋਂ ਸਟਾਰਟ ਹੋਇਆ ਜਿਸ ਵੇਲੇ ਸਟਾਰਟ ਹੋਇਆ ਉਦੋਂ ਇਹ ਧਿਰਾਂ ਨਾਲ ਲਈਆਂ ਗਈਆਂ, ਇਹ ਆਈਆਂ ਉਸ ਦਿਨ ਵੀ ਤਾਲਮੇਲਮੀਆਂ ਧਿਰਾਂ ਨਾਲ ਜੁੜੀਆਂ ਸਾਡੇ, ਲੇਕਿਨ ਉਸ ਤੋਂ ਮਗਰੋਂ ਉਹਨਾਂ ਨੇ ਕਰਨਾ ਕੀ ਸ਼ੁਰੂ ਕੀਤਾ, ਆਪਦੀ ਮਰਜ਼ੀ ਨਾਲ ਪ੍ਰੋਗਰਾਮ ਦੇਣੇ ਸ਼ੁਰੂ ਕਰਤੇ, ਤਾਂ ਉਹਦੇ ਨਾਲ ਫਿਰ ਤਾਲਮੇਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਕਦੇ ਨਹੀਂ ਪਿਛਾਂਹ ਕੀਤਾ, ਲੇਕਿਨ ਇਹ ਆਪ ਨਿਖੜ ਕੇ ਗਏ ਹੈ ਤੇ ਹੁਣ ਇਹ ਆਪ ਹੀ ਨਿਖੜੇ ਆ। ਅੱਜ ਇਹਨਾਂ ਦੀ ਮਰਜ਼ੀ ਹੈ, ਜੇ ਦੁਬਾਰਾ ਸਹੀ ਤਰੀਕੇ ਨਾਲ ਚੱਲ ਕੇ ਕਰਨਾ ਚਾਹੁੰਦੇ ਆ ਤਾਂ ਅੰਦੋਲਨ ਅਸੀਂ ਲੜ ਰਹੇ ਆ, ਲੜਨਾ ਆ ਕੇ ਮੈਦਾਨ ਦੇ ਵਿੱਚ ਕੌਣ ਇਹਨਾਂ ਨੂੰ ਰੋਕਦਾ ਹੈ। ਹਰਿਆਣਾ ਕ੍ਰਾਸ ਕਰ ਜਾਓਗੇ, ਵੱਡੀ ਚੁਣੌਤੀ ਇਹ ਹੈ ਕਿ ਹਰਿਆਣਾ ਟੱਪ ਜਾਓਗੇ ਕਿ ਨਹੀਂ। ਦੇਖੋ ਤਿਆਰੀ ਐਸੇ, ਮੈਂ ਕਹਿੰਦਾ ਦਿੱਲੀ ਜਾਣ ਦੀ ਤਿਆਰੀ, ਆਪਾਂ ਹਰਿਆਣੇ ਦੀ ਗੱਲ ਕਰਦੇ ਆ, ਸਾਡੀ ਦਿੱਲੀ ਜਾਣ ਦੀ ਤਿਆਰੀ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਬਾਕੀ ਸਰਕਾਰ ਦੇਖਦੇ ਆ ਕਿੱਥੇ ਕੀ ਕਰਦੀ ਆ, ਉਹ ਤਾਂ ਸਰਕਾਰ ਦਾ ਹਾਲਾਤ ਬਣੂਗਾ। ਤਿਆਰੀ ਦਿੱਲੀ ਜਾਣ ਦੀ ਆ, ਲੇਕਿਨ ਹੁਣ ਦੇਖਣਾ ਇਹ ਆ ਕਿ ਕਿਸ ਤਰੀਕੇ ਦੇ ਨਾਲ ਮੂਵਮੈਂਟ ਜਿਹੜੀ ਅੱਗੇ ਵਧਦੀ ਹੈ, ਕਿਸਾਨ ਕਿਸ ਤਰੀਕੇ ਦੇ ਨਾਲ ਇਸ ਆਪਣੇ ਅੰਦੋਲਨ ਨੂੰ ਅੱਗੇ ਲੈ ਕੇ ਜਾਂਦੇ ਨੇ। ਕਿਉਂਕਿ ਜੇਕਰ ਅਸੀਂ ਕੇਂਦਰ ਦੀ ਗੱਲ ਕਰ ਲਈਏ ਤਾਂ ਕੇਂਦਰ ਹਜੇ ਜਿੱਤੇ ਅੜੀ ਹੋਈ ਆ ਆਪਣੇ ਅੜੀਆ ਸੁਭਾਅ ਨੂੰ ਲੈ ਕੇ, ਕਿਸਾਨ ਵੀ ਉਸ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਕਿ ਜੋ ਇਸ ਵਕਤ ਕੇਂਦਰ ਆਪਣਾ ਅੜੀਆ ਸੁਭਾਅ ਨਹੀਂ ਛੱਡ ਰਹੀ ਤਾਂ ਕਿਸਾਨ ਇਸੇ ਤਰੀਕੇ ਨਾਲ ਸੰਘਰਸ਼ ਹੈ ਜੋ ਤੇਜ਼ ਕਰਦੇ ਰਹਿਣਗੇ। ਸੋ ਇਸ ਵਕਤ ਦੇਖ ਸਕਦੇ ਹਾਂ, ਗੱਲਬਾਤ ਕਰਦੇ ਹਾਂ ਕਿ ਜੋ ਸੰਘਰਸ਼ ਨੇ ਉਹ ਸੰਘਰਸ਼ ਨੂੰ ਕਿਸ ਤਰੀਕੇ ਦੇ ਨਾਲ ਗੱਲ ਕਰ ਲਈਏ ਜੀ ਕਿਸਾਨਾਂ ਦੇ ਸੰਘਰਸ਼ ਦੀ, ਤਾਂ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਖੜੋਤ ਆ ਚੁੱਕੀ ਹੈ। ਕਿਉਂਕਿ ਮੀਟਿੰਗਾਂ ਦਾ ਦੌਰ ਚੱਲ ਪਿਆ ਸੀ, ਮੀਟਿੰਗ ਕਰਨ ਜਾਂਦੇ ਹੋ 2 ਵਾਰ ਜਾ ਕੇ ਬੇਸਿੱਟਾ ਮੀਟਿੰਗਾਂ ਨਿਕਲਦੀਆਂ ਨੇ, ਉਮੀਦਾਂ ਜੋ ਟੁੱਟਦੀਆਂ ਨਜ਼ਰ ਆ ਰਹੀਆਂ ਨੇ। ਸੋ ਉਸ ਖੜੋਤ ਨੂੰ ਦੂਰ ਕਿਵੇਂ ਕੀਤਾ ਜਾਊਗਾ ਹੁਣ? ਦੇਖੋ ਪਹਿਲਾਂ ਜਿਹੜਾ ਡੈਡਲਾਕ ਆਇਆ ਸੀ, ਇੱਕ ਵਾਰ 13 ਤਰੀਕ ਨੂੰ ਮੀਟਿੰਗ ਹੋ ਕੇ ਉਹ ਟੁੱਟ ਗਿਆ ਸੀ। ਉਸ ਤੋਂ ਬਾਅਦ ਥੋੜਾ ਜਿਹਾ ਜਿਹੜਾ ਅੜੀ ਵਾਲਾ ਰਵੱਈਆ ਹੈ ਕੇਂਦਰ ਸਰਕਾਰ ਦਾ, ਉਹਨਾਂ ਨੇ ਮਤਲਬ ਕੰਡੀਸ਼ਨਾਂ ਲਾਤੀਆਂ ਕਿ ਗੱਲਬਾਤ ਵੀ ਫੇਰ ਸ਼ੁਰੂ ਹੋਊਗੀ, ਪੈਸੇਂਜਰ ਗੱਡੀਆਂ ਵੀ ਫੇਰ ਸ਼ੁਰੂ ਹੋਣਗੀਆਂ, ਅਗਰ ਤੁਸੀਂ ਨਾ ਪੈਸੇਂਜਰ ਮਾਲ ਗੱਡੀਆਂ ਫੇਰ ਚਾਲੂ ਹੋਣਗੀਆਂ ਅਗਰ ਤੁਸੀਂ ਪੈਸੇਂਜਰ ਗੱਡੀਆਂ ਨੂੰ ਛੋਟ ਦਿੰਦੇ ਆ। ਇੱਕ ਤਾਂ ਦੇਖੋ ਇਹ ਦੋਗਲੀ ਨੀਤੀ ਹੈ, ਇੱਕ ਤਾਂ ਕਹਿ ਰਿਹਾ ਕਿ ਦਿੱਲੀ ਦੇ ਵਿੱਚ ਲਾਕਡਾਊਨ ਲੱਗ ਗਿਆ, ਬਹੁਤ ਸਾਰਾ ਉੱਥੇ ਮਤਲਬ ਕਰੋਨਾ ਦਾ ਫੈਲਾਅ ਹੋ ਗਿਆ ਤੇ ਦਿੱਲੀ ਦੇ ਵਿੱਚ ਅਸੀਂ ਕਿਸਾਨਾਂ ਨੂੰ ਥਾਂ ਨਹੀਂ ਦੇ ਰਹੇ ਕੋਈ ਧਰਨਾ ਮੁਜ਼ਾਹਰਾ ਕਰਨ ਨੂੰ। ਤੇ ਜੇ ਅਜਿਹੀ ਹਾਲਤ ਹੈ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਵਿੱਚੋਂ ਪੈਸੇਂਜਰ ਪੰਜਾਬ ਦੇ ਵਿੱਚ ਕਿਉਂ ਲਿਆਂਦੀਆਂ ਜਾਂਦੀਆਂ, ਇਹ ਸਾਡਾ ਸਵਾਲ ਹੈ। ਮਾਰਚ ਤੋਂ ਲੈ ਕੇ ਪੈਸੇਂਜਰ ਗੱਡੀਆਂ ਬੰਦ ਹੈ, ਨਾ ਕੋਈ ਦੁਸਹਿਰੇ ਦੀ ਤਰੀਕ, ਨਾ ਕੋਈ ਦੀਵਾਲੀ ਦੀ ਤਰੀਕ। ਕੇਂਦਰ ਸਰਕਾਰ ਨੇ ਕੋਈ ਪੈਸੇਂਜਰ ਗੱਡੀਆਂ ਚਲਾਉਣ ਦੀ ਡੇਟ ਤੈਅ ਕੀਤੀ ਹੋਵੇ ਕੋਈ ਨਹੀਂ ਹੈ ਅੱਜ ਤੱਕ। ਦੂਜੀ ਗੱਲ, ਪੂਰੇ ਭਾਰਤ ਦੇ ਵਿੱਚ 13,700 ਪੈਸੇਂਜਰ ਗੱਡੀ ਹੈ, ਪੂਰੇ ਭਾਰਤ ਦੇ ਵਿੱਚ 600 ਗੱਡੀ ਚੱਲਦੀ ਹੈ, ਬਾਕੀ ਸਾਰੀਆਂ ਹੀ ਬੰਦ ਹੈ। ਕੀ ਉਹ ਵੀ ਕਿਸਾਨਾਂ ਨੇ ਬੰਦ ਕਰਾਤੀਆਂ? ਇਹ ਬਹਾਨੇਬਾਜ਼ੀ ਲੈ ਕੇ ਇੱਕ ਪੰਜਾਬ ਦੀ ਘੇਰਾਬੰਦੀ ਹੋ ਰਹੀ ਹੈ। ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਚਾਹੁੰਦੇ ਆ, ਪੰਜਾਬ ਦੇ ਕਿਸਾਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਆ। ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਕੇਂਦਰ ਸਰਕਾਰ ਨੂੰ ਕਿ ਵੋਟਰਾਂ ਦੇ ਨਾਲ ਤੁਸੀਂ ਦਿੱਲੀ ਦੇ ਵਿੱਚ ਜਾ ਕੇ ਸਰਕਾਰ ਬਣਾਈ ਹੈ, ਵੋਟਰਾਂ ਦੇ ਨਾਲ ਅਜਿਹਾ ਬਿਹੇਵ, ਕਿਸਾਨਾਂ ਦੇ ਨਾਲ ਅਜਿਹਾ ਬਿਹੇਵ ਨਹੀਂ ਕਰਨਾ ਚਾਹੀਦਾ। ਗੱਲ ਕਰ ਰਹੇ ਹੋ ਕਿ ਆਰਥਿਕ ਤੌਰ ਤੇ ਆਰਥਿਕ ਘੇਰਾਬੰਦੀ ਹੋ ਚੁੱਕੀ ਹੈ ਪੰਜਾਬ ਨੂੰ। ਅਸੀਂ 1.5 ਮਹੀਨੇ ਦੀ ਗੱਲ ਕਰ ਲਈਏ, ਤੁਸੀਂ 1.5 ਮਹੀਨੇ ਤੋਂ ਪਟਸਤੇ ਹੋ, ਆਰਥਿਕ ਘੇਰਾਬੰਦੀ ਹੋ ਚੁੱਕੀ ਹੈ। ਲੇਕਿਨ ਇਸ ਘੇਰਾਬੰਦੀ ਤੋਂ ਨਿਕਲਣ ਦੀ ਲੋੜ ਹੈ ਕਿਉਂਕਿ ਕਰੋੜਾਂ ਦਾ ਮਾਲ ਗੋਦਾਮਾਂ 'ਚ ਪਿਆ, ਵਪਾਰੀ ਵੀ ਤੰਗ ਹੈ, ਆਮ ਆਦਮੀ ਤੰਗ ਹੈ, ਗਰੀਬ ਵਰਗ ਹਰ ਤੰਗ ਹੈ। ਸੋ ਤੋੜ ਵੀ ਜ਼ਰੂਰੀ ਸੀ ਇਹਦਾ। ਦੇਖੋ ਇਹਦੇ ਜ਼ਿੰਮੇਵਾਰ ਅਸੀਂ ਨੇ ਨਾ, ਸਾਨੂੰ 1 ਮਹੀਨਾ ਹੋ ਗਿਆ ਟਰੈਕ ਖਾਲੀ ਕੀਤਿਆਂ ਨੂੰ। ਇਹ ਤਾਂ ਜਿਹੜਾ ਨਹੀਂ ਗੱਡੀਆਂ ਚਲਾਉਂਦਾ ਉਹ ਜ਼ਿੰਮੇਵਾਰ ਹੈ, ਸਾਡੇ ਤੇ ਜ਼ਿੰਮੇਵਾਰੀ ਨਹੀਂ ਆਉਂਦੀ। ਅੱਜ ਤਾਂ ਇੰਡਸਟਰੀ ਇੰਠ ਆਉਂਦੀ, ਅੱਜ ਸਾਨੂੰ ਚਿੱਠੀ ਆਈ ਹੈ, ਅਸੀਂ ਤਾਂ ਅੱਜ ਵੀ ਕਹਿੰਦੇ ਵੀ ਟਰੈਕ ਖਾਲੀ ਹੈ, ਚਲਾਵੇ। ਇਹਨਾਂ ਨੂੰ ਵੀ ਸਾਰਿਆਂ ਨੂੰ ਉਹਦੇ ਵਿਰੋਧ 'ਚ ਖੜਨਾ ਚਾਹੀਦਾ। ਸਾਡੇ ਧਰਨੇ 'ਚ ਅਗਰ ਨਹੀਂ ਆਉਣਾ, ਜਿੰਨੇ ਇੰਡਸਟਰੀ ਨੂੰ ਘਾਟਾ ਪੈ ਰਿਹਾ, ਜਿੰਨੇ ਮੁਲਾਜ਼ਮਾਂ ਨੂੰ ਮਤਲਬ ਘਾਟਾ ਪੈ ਰਿਹਾ, ਸਾਰੇ ਕੇਂਦਰ ਦੇ ਸਰਕਾਰ ਉੱਠਣ, ਆਵਾਜ਼ ਬੁਲੰਦ ਕਰਨ, ਅਸੀਂ ਉਹਨਾਂ ਦੇ ਨਾਲ ਹੋਵਾਂਗੇ। ਸਿਆਸੀ ਧੜਿਆਂ ਦਾ ਕੀ ਕਹਿਣਾ ਇਸ ਵਕਤ? ਪੰਜਾਬ ਦੇ ਜਿੰਨੇ ਵੀ ਖੇਤਰੀ ਸਿਆਸੀ ਧੜੇ ਨੇ ਉਹ ਕਹਿ ਰਹੇ ਨੇ ਕਿਸਾਨਾਂ ਦੇ ਨਾਲ ਹੈ, ਖੁੱਲ੍ਹ ਕੇ ਸਮਰਥਨ ਦੇ ਰਹੇ ਨੇ। ਸਮਰਥਨ ਜੇ ਮਿਲਦਾ ਆ ਤਾਂ ਫਾਇਦਾ ਮੰਨਦੇ ਹੋ ਜਾਂ ਸਿਰਫ ਆਪਣੀ ਉਹ ਸਿਆਸੀ ਜ਼ਮੀਨ ਲੱਭ ਰਹੇ ਨੇ 2022 ਦੇ ਲਈ? ਦੇਖੋ ਸਿਆਸੀ ਪਾਰਟੀਆਂ ਨੇ ਬੜਾ ਜ਼ੋਰ ਲਾਇਆ ਕਿ ਇਸ ਐਜੀਟੇਸ਼ਨ ਦੇ ਵਿੱਚ ਸਿਆਸੀ ਰੋਟੀਆਂ ਸੇਕੀਆਂ ਜਾ ਸਕਣ, ਪਰ ਉਹ ਰੁਲ ਚੁੱਕੀਆਂ। ਸਾਡਾ ਇਹ ਸਿੱਟਾ ਹੈ, ਕੋਈ ਵੀ ਸਿਆਸੀ ਪਾਰਟੀ ਸੀਨ ਤੇ ਨਹੀਂ ਹੈ। ਬੀਜੇਪੀ ਦੀ ਲਾ ਲਓ, ਪੰਜਾਬ ਦੀ ਲੀਡਰਸ਼ਿਪ ਦਾ ਕੀ ਹਾਲ ਹੈ, ਸ਼੍ਰੋਮਣੀ ਅਕਾਲੀ ਦਲ ਦਾ ਕੀ ਹਾਲ ਹੈ, ਕਾਂਗਰਸ ਦਾ ਕੀ ਹਾਲ ਹੈ, ਆਪ ਵਾਲਿਆਂ ਦਾ ਕੀ ਹਾਲ ਹੈ, ਸਾਰੇ ਰੁਲੇ ਹੋਏ ਆ। ਦਿੱਲੀ ਜਾਣ ਨੂੰ ਤਿਆਰ ਹੁੰਦੇ ਨੇ, ਆਉਣ ਸਾਡੇ ਮਗਰ ਲੱਗ ਕੇ ਆਉਣ, ਅਗਵਾਈ ਨਹੀਂ ਕਰਨ ਦੇਵਾਂਗੇ। ਬਿਲਕੁਲ ਅਗਵਾਈ ਕਿਸਾਨਾਂ ਦੀ ਹੈ, ਕਿਸਾਨ ਐਜੀਟੇਸ਼ਨ ਦੀ ਹੈ। ਕੋਈ ਆਉਣ ਜਾਣਾ ਚਾਹੁੰਦਾ ਦਿੱਲੀ ਨੂੰ, ਲਾ ਲੈਣ ਟਰਾਲੀਆਂ ਮਗਰ, ਅਸੀਂ ਕਿਉਂ ਰੋਕਾਂਗੇ ਉਹਨਾਂ ਨੂੰ? ਸੋ
ਜੇਕਰ ਕੋਈ ਸਿਆਸੀ ਪਾਰਟੀ ਜਾਣਾ ਚਾਹੁੰਦੀ ਹੈ ਤਾਂ ਨਾਲ ਜਾ ਸਕਦੀ ਹੈ, ਲੇਕਿਨ ਅਗਵਾਈ ਕਿਸਾਨ ਕਰੇਗਾ। ਇਹ ਖੁੱਲਾ ਜਿਹੜੀ ਕਿ ਚੈਲੰਜ ਵੀ ਆ, ਖੁੱਲੀ ਚੇਤਾਵਨੀ ਆ। ਤੇ ਜੇਕਰ ਅਸੀਂ ਇਸ ਵਕਤ ਕਿਸਾਨਾਂ ਦੇ ਅੰਦੋਲਨ ਦੀ ਗੱਲ ਕਰ ਲਈਏ ਤਾਂ 26-27 ਨਵੰਬਰ ਦੀ ਜੋ ਗੱਲ ਕੀਤੀ ਜਾ ਰਹੀ ਹੈ, ਕਿਸਾਨਾਂ ਦਾ ਕਹਿਣਾ ਹੈ ਕਿ 2 ਦਿਨ ਦਾ ਅੰਦੋਲਨ ਨਹੀਂ ਹੈ, 2 ਦਿਨਾਂ ਦੇ ਵਿੱਚ ਦਿੱਲੀ ਪਹੁੰਚਣਾ ਆ ਤੇ ਅੰਦੋਲਨ ਜਿਹੜਾ ਕਿ ਉਦੋਂ ਬਾਅਦ ਲੰਮਾ ਚੱਲਣਾ ਹੈ, ਮੋਰਚੇ ਲੰਮਾ ਚੱਲਣੇ ਆ। ਹੁਣ ਦੇਖਣਾ ਹੈ ਕਿ ਕਿਸ ਤਰੀਕੇ ਦਾ ਇਤਿਹਾਸ ਸਿਰਜਿਆ ਜਾਂਦਾ, ਕਿਸ ਤਰੀਕੇ ਦੇ ਨਾਲ ਚਾਹੇ ਜਿੰਨੀ ਮਰਜ਼ੀ ਸਖਤਾਈ ਉੱਥੇ ਕੀਤੀ ਗਈ ਹੈ, ਕਿਸ ਤਰੀਕੇ ਦੇ ਨਾਲ ਕਿਸਾਨ ਅੱਗੇ ਵਧਣਗੇ ਤੇ ਇਸ ਮੂਵਮੈਂਟ ਦਾ, ਇਸ ਮੁਹਿੰਮ ਦਾ ਜੋ ਨਤੀਜਾ ਕੀ ਹੈ ਉਹ ਕੀ ਨਿਕਲਣ ਵਾਲਾ, ਇਹ ਵੀ ਆਉਣ ਵਾਲਾ ਸਮਾਂ ਦੱਸੇਗਾ। ਮੈਂ ਸੁਰਖਾਬ ਆਪਣੇ ਸਹਿਯੋਗੀ ਦਲਵੀਰ ਸਿੰਘ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।